हम अवगुण भरे एक गुण नाही। अमृत छाड़ बिखै बिख खाई। माया मोह परम पै भूले। तुत रास्यों प्रीत लगाई। उत्तम पंथ सुनियो गुर संगत। एह मलंत जम त्रास मिटाई। अरदास पाठ कीरत की। गुर रामदास राखो सरनाई। एक अरदास पाठ कीरत की। गुर रामदास राखो सरनाई। जियो पिंड सब तेरा अंतर जामी पुरख भगवान। दासन दास कह जन नानक। जेहा तू कराए तेहा हों करी बख्यान। तू बुलावे है त्यों बोले स्वामी। कुदरत कवन हमारी। साध संग नानक जस गायो। ओ प्रभु की अत प्यारी। साध संग नानक जस गायो। ओ प्रभु की अत प्यारी। कहो टल गुर सेवियै ऐनस सहज सुभाए। दर्शन परसियै गुरु के जन्म मरण दुख जाए। वै सिफत समधि नूर अरसों कुरसों झटिया। सच्चे पातशाह मल जन्म जन्म दी कटिया। सच्चे पातशाह मल जन्म जन्म दी कटिया। सतनाम श्री वाहिगुरु साहिब जीओ। तनासरी चंत महला चौथा। घर पहला कर कृपा लेहो मिलाए। महल हर पाया जियो। सदा रहे कर जोड़ प्रभ मन पाया जियो। प्रभ मन भावै तां हुक्म सुमावै। हुक्म मन सुख पाया। अंदन जपत रहे दिन राती। सहजे नाम ध्याया। नामो नाम मिली वड्याई।
ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਵੈ ਜੀਓ। ਕਰ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਬਰ ਤਖਤ ਸਿੰਘਾਸਨ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਸਤ ਸੰਗਤ ਦੇ ਇਹ ਜੋ ਵੱਡੇ ਭਾਗ ਸਾਨੂੰ ਪ੍ਰਾਪਤ ਹੋ ਰਹੇ ਨੇ, ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਆਪ ਸਾਨੂੰ ਐਸਾ ਅਮੋਲਕ ਸਮਾਂ ਤਰੁੱਟ ਕੇ ਬਖਸ਼ਿਸ਼ ਕੀਤਾ ਹੈ। ਆਓ ਕੁਝ ਸਮੇਂ ਲਈ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਛੰਤ ਮਹਲਾ ਚੌਥਾ ਘਰ ਪਹਿਲਾ। ਤਨਾਸਰੀ ਰਾਗ ਦਾ ਇਹ ਸ਼ਬਦ ਹੈ। ਇਸ ਰਾਗ ਨੂੰ ਗਾਉਣ ਦਾ ਸਮਾਂ ਵਿਦਵਾਨਾਂ ਨੇ ਦੁਪਹਿਰ ਦਾ ਤੀਜਾ ਪਹਿਰ ਲਿਖਿਆ ਹੈ। ਸੋ ਸਵੇਰੇ 6 ਵਜੇ ਤੋਂ 9 ਵਜੇ ਤੱਕ ਪਹਿਲਾ ਪਹਿਰ ਅਤੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦੂਜਾ ਪਹਿਰ, 12 ਵਜੇ ਤੋਂ ਲੈ ਕੇ 3 ਵਜੇ ਤੱਕ ਤੀਜਾ ਪਹਿਰ ਅਤੇ 3 ਤੋਂ 6 ਤੱਕ ਚੌਥਾ ਪਹਿਰ ਹੈ। 4 ਪਹਿਰਾਂ ਦਾ ਦਿਨ ਅਤੇ 4 ਪਹਿਰਾਂ ਦੀ ਰਾਤ, 8 ਪਹਿਰ ਇਸ ਤਰ੍ਹਾਂ ਗਿਣੇ ਜਾਂਦੇ। 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਜਾਂਦਾ ਹੈ। 3 ਘੰਟੇ ਦਾ ਸਮਾਂ ਲੰਘ ਜਾਵੇ ਤੇ ਇੱਕ ਪਹਿਰ ਲੰਘ ਗਿਆ ਹੈ। ਸੋ ਤੀਜਾ ਪਹਿਰ ਜਿਹੜਾ ਦਿਨ ਦਾ ਹੈ ਉਹ 12 ਵਜੇ ਤੋਂ 3 ਵਜੇ ਤੱਕ ਦਾ ਸਮਾਂ ਹੈ। ਵਿਦਵਾਨ ਜਨ ਇਹ ਬਚਨ ਕਰਦੇ ਨੇ ਵੀ ਇਸ ਰਾਗ ਨੂੰ ਇਸ ਸਮੇਂ ਗਾਇਆ ਜਾ ਸਕਦਾ ਹੈ। ਤਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਧੰਨ ਰਾਮਦਾਸ ਗੁਰ ਜਿਨ ਸਰਿਆ ਤਿਨੇ ਸਵਾਰਿਆ, ਐਸੇ ਸਤਿਗੁਰੂ ਜੀ ਇਹ ਸਾਨੂੰ ਸ਼ੰਤ ਨਾਮ ਦੀ ਬਾਣੀ ਜਿਹੜੀ ਹੈ ਉਹ ਬਖਸ਼ਿਸ਼ ਕਰ ਰਹੇ ਨੇ। ਇਹ ਸ਼ਬਦ ਦੀਆਂ ਗੁਰਮੁਖੋਂ 5 ਪੌੜੀਆਂ ਨੇ ਜੋ ਲੜੀਵਾਰ ਕਥਾ ਦੇ ਅੰਦਰ ਆਪਾਂ 4 ਪੌੜੀਆਂ 4 ਦੀਵਾਨਾਂ ਦੇ ਵਿੱਚ ਸਰਵਣ ਕੀਤੀਆਂ। ਅੱਜ ਮਹਾਰਾਜ ਸਾਹਿਬ ਜੀ ਇਹ ਸ਼ਬਦ ਦੀ 5ਵੀਂ ਪੌੜੀ ਔਰ ਸ਼ਬਦ ਨੂੰ ਸੰਪੂਰਨ ਕਰਨਗੇ। ਇਹ ਸਾਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਇਹ ਦਾਤ ਸਾਡੀ ਝੋਲੀ ਪਾਉਣ ਵਾਲੇ ਹਨ। ਕਰ ਕਿਰਪਾ ਲਿਹੁ ਮਿਲਾਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਜਿਹਦੇ ਤੇ ਅਕਾਲ ਪੁਰਖ ਕਿਰਪਾ ਕਰੇ। ਜੇ ਸੰਗਤ ਵਿੱਚ ਅਸੀਂ ਆ ਕੇ ਬੈਠੇ ਆ ਨਾ, ਇਹਦੇ ਵਿੱਚ ਆਪਣੇ ਆਪ ਆ ਕੇ ਨਹੀਂ ਬੈਠਿਆ ਜਾਂਦਾ। ਕਰ ਕਿਰਪਾ ਜਿਹਦੇ ਤੇ ਉਸ ਦੀ ਕਿਰਪਾ ਹੋ ਜਾਵੇ, ਜਿਸ ਤੇ ਉਹ ਕਿਰਪਾ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲਿਹੁ ਮਿਲਾਏ, ਉਸ ਨੂੰ ਆਪਣੀ ਸਤ ਸੰਗਤ ਵਿੱਚ ਮਿਲਾ ਲੈਂਦਾ, ਆਪਣੀ ਸੰਗਤ ਵਿੱਚ ਲੈ ਆਉਂਦਾ ਹੈ, ਆਪਣੇ ਸਿੱਖਾਂ ਦੀ ਸੰਗਤ ਵਿੱਚ ਲੈ ਆਉਂਦਾ, ਆਪਣੀ ਸੰਗਤ ਦੇ ਕੇ ਫਿਰ ਉਸ ਦਾ ਜੀਵਨ ਬਦਲ ਦਿੰਦਾ ਹੈ। ਜੀਵਨ ਐਸਾ ਬਦਲਦਾ ਹੈ ਉਹ ਗੁਰੂ ਦਾ ਦੀਵਾਨਾ ਹੋ ਜਾਂਦਾ, ਭੋਰਾ ਬਣ ਜਾਂਦਾ, ਚਰਨਾਂ ਕਮਲਾਂ ਦਾ ਐਸਾ ਪਿਆਰ ਬਣ ਜਾਂਦਾ ਹੈ। ਔਰ ਰਹਿ ਨਾ ਸਕੈ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੈ ਜੀਓ। ਐਸੀ ਅਵਸਥਾ ਬਣ ਜਾਂਦੀ ਹੈ ਕਿ ਸਤਿਗੁਰੂ ਤੁਹਾਨੂੰ ਦੇਖੇ ਤੋਂ ਬਿਨਾਂ ਡਿੱਠਿਆਂ ਇਹ ਸਮਾਂ ਬਤੀਤ ਹੀ ਨਹੀਂ ਹੁੰਦਾ ਹੈ। ਤੋ ਐਸਾ ਪ੍ਰੇਮ ਗੁਰੂ ਪਾਤਸ਼ਾਹ ਬਣਾ ਦਿੰਦੇ। ਕਹਿਣ ਲੱਗੇ ਵੀ ਸੰਗਤ ਵਿੱਚ ਵੀ ਭਾਈ ਪ੍ਰੇਮ ਗੁਰੂ ਕਿਰਪਾ ਕਰੇ ਤੇ ਤਾਂ ਹੀ ਬਣਦਾ ਹੈ। ਸੰਗਤ ਵੀ ਵਿਅਕਤੀ ਤਾਂ ਹੀ ਕਰਦਾ ਹੈ। ਉਹਦੀ ਕਿਰਪਾ ਬੜੀ ਵੱਡੀ ਹੈ, ਉਹਦੀ ਬਖਸ਼ਿਸ਼ ਬੜੀ ਵੱਡੀ ਹੈ। ਉਹ ਬਖਸ਼ੇ ਜੇ ਕਿਤੇ ਇੱਕ ਤੀਲੇ 'ਤੇ ਕਰ ਦੇਵੇ ਨਾ,
ਤੀਲੇ ਤੋਂ ਬੜੇ ਕੰਮ ਸਵਾਰ ਦਿੰਦਾ। ਜੇ ਕਿਤੇ ਇੱਕ ਘਾਹ ਦੇ ਤੀਲੇ ਤੇ ਕਿਰਪਾ ਕਰ ਦੇਵੇ, ਉਹਦੇ ਤੋਂ ਬੜੇ ਕੰਮ ਬਣਾ ਦਿੰਦਾ। ਕਈ ਕੰਮ ਦੁਨੀਆ ਦੇ ਚੱਲ ਜਾਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਬੜੇ ਸੋਹਣੇ ਬਚਨ ਲਿਖੇ, ਕਹਿਣ ਲੱਗੇ, ਪਰਮਾਤਮਾ ਤੁਸੀਂ ਬੜੇ ਵੱਡੇ ਸਮਰੱਥ ਹੋ, ਅਸੀਂ ਤੇ ਘਾਹ ਦੇ ਤੀਲੇ ਨਾਲੋਂ ਵੀ ਮਾੜੇ ਹਾਂ, ਪਰ ਤੁਸੀਂ ਤੇ ਘਾਹ ਦੇ ਤੀਲੇ ਤੇ ਵੀ ਕਿਰਪਾ ਕਰਕੇ ਵੱਡਾ ਕੰਮ ਉਹਦੇ ਕੋਲੋਂ ਲੈ ਲੈਂਦੇ ਹੋ। ਲੱਤਾਂ ਹੇਠ ਲਤਾੜੀਐ, ਘਾਓ ਨਾ ਕੱਢੈ ਸਾਹੋ ਵਿਚਾਰਾ। ਘਾਹ ਜਿਹੜਾ ਨਾ ਧਰਤੀ ਦੇ ਉੱਪਰ ਉੱਗਦਾ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਉਹਦੇ ਉੱਪਰ ਪੈਰ ਰੱਖਿਆ ਜਾਂਦਾ ਘਾਹ ਦੇ, ਵਿਚਾਰਾ ਲਤਾੜਿਆ ਗਿਆ ਸਾਡੇ ਭਾਰ ਦੇ ਨਾਲ, ਪਰ ਉੱਚੀ ਸਾਹ ਨਹੀਂ ਲੈਂਦਾ। ਕਦੇ ਘਾਹ ਨੇ ਬੋਲ ਕੇ ਇਹ ਨਹੀਂ ਕਿਹਾ ਵੀ ਮੇਰੇ ਤੇ ਪੈਰ ਕਿਉਂ ਰੱਖਿਆ, ਮੇਰੇ ਉੱਪਰ ਲੰਮੇ ਕਿਉਂ ਪੈ ਗਿਆ, ਮੇਰੇ ਉੱਪਰ ਬੈਠ ਕਿਉਂ ਗਿਆ। ਘਾਹ ਵਿਚਾਰਾ ਐਸਾ ਨਿਮਾਣਾ ਤੇ ਨਤਾਣਾ ਹੈ, ਉਹਨੂੰ ਕੋਈ ਲਤਾੜੀ ਜਾਵੇ, ਕੋਈ ਕੱਟੀ ਜਾਵੇ, ਕੋਈ ਵੱਢੀ ਜਾਵੇ, ਉੱਚੀ ਸਾਹ ਹੀ ਨਹੀਂ ਲੈਂਦਾ, ਉਲਾਂਭਾ ਹੀ ਨਹੀਂ ਦਿੰਦਾ ਵੀ ਇਹ ਤੂੰ ਮੇਰੇ ਨਾਲ ਕਿਉਂ ਕਰਦਾ ਪਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਲੱਤਾਂ ਹੇਠ ਲਤਾੜੀਐ, ਲੱਤਾਂ ਦੇ ਨਾਲ ਲਤਾੜਿਆ ਗਿਆ, ਪੈਰਾਂ ਦੇ ਥੱਲੇ ਦਿੱਤਾ ਗਿਆ। ਇਹ ਸਾਰਾ ਕੁਝ ਕਰਨ ਦੇ ਬਾਵਜੂਦ ਘਾਹੋ ਨਾ ਕੱਢੈ ਸਾਹੋ ਵਿਚਾਰਾ। ਘਾਹ ਫਿਰ ਉੱਚੀ ਸਾਹ ਵੀ ਨਹੀਂ ਲੈਂਦਾ, ਕੋਈ ਉਲਾਂਭਾ ਨਹੀਂ ਦਿੰਦਾ। ਇਹ ਤੇ ਘਾਹ ਦਾ ਪਹਿਲਾ ਗੁਣ ਹੈ, ਪੈਰਾਂ ਥੱਲੇ ਹੁੰਦਿਆਂ ਹੋਇਆਂ ਵੀ ਉਸਨੇ ਉਲਾਂਭਾ ਕੋਈ ਨਹੀਂ ਦਿੱਤਾ। ਇਹ ਕਹਿਣ ਲੱਗੇ, ਗੋਰਸ ਦੇ ਖੜ ਖਾਏ ਕੈ, ਗਰੀਬੀ ਪਰ ਉਪਕਾਰਾ। ਗਾਏ ਗਰੀਬੀ ਪਰ ਉਪਕਾਰਾ। ਉਸ ਘਾਹ ਨੂੰ ਗਾਂ ਨੇ ਖਾ ਲਿਆ, ਵਿਚਾਰੀ ਗਾਂ ਨੇ ਜਦੋਂ ਖਾਧਾ ਨਾ ਉਹ ਘਾਹ, ਉਹ ਪਰਉਪਕਾਰ ਕਰਦੀ ਹੈ। ਪਰਉਪਕਾਰ ਕੀ ਕਰਦੀ? ਦੁੱਧ ਦਿੰਦੀ ਹੈ। ਮਹਾਰਾਜ ਕਹਿਣ ਲੱਗੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਬੰਦਿਆ ਤੇਰੇ ਨਾਲੋਂ ਪਸ਼ੂ ਚੰਗਾ, ਸੁੱਕੇ ਤੀਲੇ ਕੱਖ ਖਾ ਕੇ, ਘਾਹ ਖਾ ਕੇ ਅੰਮ੍ਰਿਤ ਵਰਗਾ ਦੁੱਧ ਦੇ ਦਿੰਦਾ। ਜਿਸ ਦੁੱਧ ਤੋਂ ਅੱਗੇ ਕਈ ਕੰਮ ਬਣ ਜਾਂਦੇ ਜਾਂ ਕਈ ਕੰਮ ਸੌਰ ਜਾਂਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਗੋਰਸ ਦੇ ਖੜ ਖਾਏ ਕੈ। ਵਿਚਾਰੀ ਗਾਂ ਨੇ ਜਦੋਂ ਸੁੱਕਾ ਘਾਹ ਖਾਧਾ, ਹਰਿਆ ਘਾਹ ਖਾਧਾ, ਪੈਰਾਂ ਥੱਲੇ ਲਤਾੜਿਆ ਗਿਆ ਘਾਹ ਖਾਧਾ। ਗਾਏ ਗਰੀਬੀ ਪਰਉਪਕਾਰਾ। ਤੇ ਪਰਉਪਕਾਰ ਵਾਸਤੇ ਫਿਰ ਗਾਂ ਦੁੱਧ ਦਿੰਦੀ ਹੈ, ਪਰਾਏ ਤੇ ਦੂਜੇ ਤੇ ਪਰਉਪਕਾਰ ਕਰਨ ਵਾਸਤੇ। ਪਰ ਦੁੱਧ ਆਇਆ ਕਿੱਥੋਂ ਹੈ? ਦੁੱਧ ਆਇਆ ਘਾਹ ਤੋਂ। ਘਾਹ ਨੇ ਸਾਨੂੰ ਦੁੱਧ ਦਿੱਤਾ, ਉਹ ਪਰਉਪਕਾਰ ਗਾਂ ਨੇ ਕੀਤਾ। ਤੇ ਕਹਿਣ ਲੱਗੇ, ਦੁੱਧੋ ਦਹੀਂ ਜਮਾਈਐ। ਫਿਰ ਉਸੇ ਦੁੱਧ ਤੋਂ ਦਹੀਂ ਬਣ ਗਿਆ। ਦਹੀਂ ਵੀ ਖਾਣ ਵਾਲਾ ਪਦਾਰਥ ਹੈ, ਪਰ ਬਣਿਆ ਦੁੱਧ ਤੋਂ ਹੈ, ਤੇ ਦੁੱਧ ਬਣਿਆ ਗਾਂ ਤੋਂ, ਤੇ ਗਾਂ ਨੇ ਦੁੱਧ ਦਿੱਤਾ ਘਾਹ ਤੋਂ। ਮੁੱਢ ਤੇ ਘਾਹ ਹੀ ਹੈ ਨਾ। ਜੇ ਹੁਣ ਮੰਨ ਲਓ ਗਾਂ ਨੂੰ ਘਾਹ ਹੀ ਨਹੀਂ ਪਾਵਾਂਗੇ, ਦੁੱਧ ਕਿੱਥੋਂ ਦੇਵੇ? ਦੁੱਧ ਨਹੀਂ ਦੇਵੇਗੀ, ਦਹੀਂ ਕਿੱਥੋਂ ਬਣੇ? ਪਰਮਾਤਮਾ ਦੀ ਐਸੀ ਬਖਸ਼ਿਸ਼ ਹੈ, ਘਾਹ ਦੇ ਵਿੱਚ ਉਹਨੇ ਸ਼ਕਤੀ ਪੈਦਾ ਕੀਤੀ ਹੈ ਵੀ ਉਹਦੇ ਤੋਂ ਦੁੱਧ ਬਣਿਆ, ਤੇ ਦੁੱਧ ਤੋਂ ਅੱਗੇ ਦਹੀਂ ਬਣ ਗਿਆ। ਖਾਣ ਵਾਲੇ ਨੇ ਬੜੇ ਸਵਾਦ ਦੇ ਨਾਲ ਉਹ ਦਹੀਂ ਖਾਧਾ। ਦਹੀਂਓ ਮੱਖਣ ਸ਼ਾਹੇ ਪਿਆਰਾ। ਦਹੀਂ ਨੂੰ ਰਿੜਕਿਆ ਕਿਸੇ ਸਵਾਣੀ ਨੇ ਚਾਟੀ ਵਿੱਚ ਪਾ ਕੇ, ਤੇ ਉਹਦੇ ਤੋਂ ਕਹਿੰਦੇ ਮੱਖਣ ਬਣ ਗਿਆ। ਜਦੋਂ ਮੱਖਣ ਕੱਢਿਆ ਤੇ ਮਗਰੋਂ ਨਾਲ ਲੱਸੀ ਵੀ ਬਣ ਗਈ। ਹੁਣ ਬਣਿਆ ਸਾਰਾ ਕੁਝ ਘਾਹ ਤੋਂ ਹੀ ਹੈ। ਦੁੱਧ ਵੀ ਬਣਿਆ, ਦਹੀਂ ਵੀ ਬਣਿਆ, ਮੱਖਣ ਵੀ ਬਣ ਗਿਆ, ਲੱਸੀ ਵੀ ਬਣ ਗਈ। ਪ੍ਰਸ਼ਾਦਾ ਛਕਦਾ, ਸਬਜ਼ੀ ਛਕਦਾ, ਉਹਦੇ ਵਿੱਚ ਮੱਖਣ ਪਾ ਲੈਂਦਾ, ਗਰਮੀ ਲੱਗਦੀ ਹੈ ਲੱਸੀ ਪੀ ਲੈਂਦਾ। ਇਹ ਸਾਰਾ ਕੁਝ ਗਾਂ ਨੇ ਪਰਉਪਕਾਰ ਕੀਤਾ। ਦੁੱਧ, ਦਹੀਂ ਤੇ ਲੱਸੀ ਘਿਓ ਦੀਆਂ ਦਾਤਾਂ ਦੇ ਦਿੱਤੀਆਂ। ਪਰ ਘਾਹ ਦੀ ਇੱਥੇ ਜ਼ਿੰਮੇਵਾਰੀ ਹਾਲੇ ਖਤਮ ਨਹੀਂ ਹੋਈ ਹੈ। ਘਾਹ ਦਾ ਸਫ਼ਰ ਹਾਲੇ ਖਤਮ ਨਹੀਂ ਹੋਇਆ। ਇਹ ਕਹਿਣ ਲੱਗੇ, ਘੇਤੇ ਹੋਵੇ ਹੋਮ ਜਗ। ਮੱਖਣ ਕੱਢਿਆ ਨਾ, ਮੱਖਣ ਨੂੰ ਕੀਤਾ ਗਰਮ, ਤੇ ਫਿਰ ਉਹਦਾ ਘਿਓ ਬਣ ਗਿਆ। ਤੇ ਉਸ ਘਿਓ ਦੇ ਨਾਲ ਫਿਰ ਵੱਡੇ ਵੱਡੇ ਹਵਨ ਕੀਤੇ ਜਾਂਦੇ। ਬੜੇ ਬੜੇ ਪੰਡਤ ਵਿਦਵਾਨ ਬੈਠ ਕੇ ਅੱਗ ਬਾਲ ਲੈਂਦੇ। ਅੱਗ ਬਾਲ ਕੇ ਉਹਦੇ ਵਿੱਚ ਫਿਰ ਘਿਓ ਦੀਆਂ ਆਹੂਤੀਆਂ ਦਿੰਦੇ, ਕੜਛੀਆਂ ਭਰ ਭਰ ਕੇ, ਨਾਲ ਮੰਤਰ ਪੜ੍ਹੇ ਜਾਂਦੇ, ਤੇ ਐਸੇ ਜੱਗ ਹੁੰਦੇ। ਪਰ ਜੱਗ ਹੋਇਆ ਘਿਓ ਤੋਂ। ਤੇ ਘਿਓ ਬਣਿਆ ਗੁਰਮੁਖੋਂ ਮੱਖਣ ਤੋਂ, ਦਹੀਂ ਤੋਂ, ਦੁੱਧ ਤੋਂ, ਗਾਂ ਤੋਂ, ਤੇ ਘਾਹ ਤੋਂ।
ਉਸ ਘਿਓ ਦੇ ਨਾਲ ਹਵਨ ਕਰਕੇ ਜਗ ਕਰਕੇ ਵੱਡੇ ਵੱਡੇ ਵਿਦਵਾਨਾਂ ਨੇ ਮੰਤਰ ਪੜ੍ਹ ਕੇ ਤੇ ਕਈ ਵਿਗੜੇ ਕੰਮ ਠੀਕ ਕਰ ਦਿੱਤੇ। ਜਿਹੜੇ ਨਹੀਂ ਸਨ ਹੋਣ ਵਾਲੇ ਕੰਮ ਉਹ ਵੀ ਜਗ ਕਰਕੇ ਹਵਨ ਕਰਕੇ ਪੂਰੇ ਕੀਤੇ। ਢੰਗ ਸੁਆਰਥ ਚੱਜ ਅਚਾਰਾ ਤੇ ਕਹਿਣ ਲੱਗੇ ਵਿਆਹਾਂ ਦੇ ਕਈ ਕੰਮ ਹੋਰ ਭਲੇ ਦੇ ਕਰਤੱਵ ਵੀ ਵਿਚਾਰਾ ਘਿਓ ਕਰ ਗਿਆ। ਇਕੱਲਾ ਜਗ ਹੀ ਨਹੀਂ ਹੋਇਆ ਘਿਓ ਦੇ ਨਾਲ, ਕਿਸੇ ਨੇ ਵਿਆਹ ਰੱਖਿਆ ਤੇ ਮਠਿਆਈਆਂ ਬਣ ਗਈਆਂ, ਕਿਸੇ ਨੇ ਕੋਈ ਹੋਰ ਦੁਆ ਦਾਰੂ ਕਰਨਾ ਤੇ ਉੱਥੇ ਵੀ ਘਿਓ ਕੰਮ ਆ ਗਿਆ। ਕੋਈ ਪੰਜੀਰੀ ਬਣਾ ਲੈਂਦਾ, ਕੋਈ ਪਿੰਨੀਆਂ ਬਣਾ ਲੈਂਦਾ, ਸਾਰਿਆਂ ਵਿੱਚ ਘਿਓ ਦੀ ਵਰਤੋਂ ਤੇ ਹੁੰਦੀ ਹੈ। ਜੱਗ ਕਰਨਾ ਤਾਂ ਵੀ ਘਿਓ ਚਾਹੀਦਾ, ਵਿਆਹ ਕਰਨਾ ਤੇ ਤਾਂ ਵੀ ਘਿਓ ਚਾਹੀਦਾ, ਮਠਿਆਈਆਂ ਬਣਾਉਣੀਆਂ ਤੇ ਤਾਂ ਵੀ ਘਿਓ ਚਾਹੀਦਾ। ਪਰ ਘਿਓ ਬਣਿਆ ਕਿੱਥੋਂ ਹੈ? ਬਣਿਆ ਤੇ ਸਾਰਾ ਕੁਝ ਘਾਹ ਤੋਂ ਹੀ ਹੈ। ਪਰਮਾਤਮਾ ਇਹ ਤੇਰੀ ਤਾਕਤ ਹੈ ਕਿ ਤੂੰ ਇੱਕ ਘਾਹ ਦਾ ਤੀਲਾ ਪੈਦਾ ਕਰਕੇ ਤੇ ਉਹਦੇ ਤੋਂ ਕੀ ਕੀ ਬਣਾ ਸਕਦਾ ਹੈ, ਤੇਰੀ ਸਮਰੱਥਾ ਹੈ। ਆਪਾਂ ਆਖਦੇ ਘਾਹ ਦਾ ਤੀਲਾ ਪਰੇ ਸੁੱਟੋ, ਇਹਦਾ ਕੀ ਕਰਨਾ, ਇਹ ਕਿਹੜਾ ਕੰਮ ਆਉਣ ਵਾਲਾ ਹੈ, ਕੱਖ ਨੂੰ ਪਰੇ ਸੁੱਟ ਦਿਓ, ਇਹ ਕਿਹੜਾ ਕੰਮ ਆਉਣ ਵਾਲਾ। ਸਾਡੇ ਨਹੀਂ ਆਉਣ ਵਾਲਾ ਪਰ ਜਾਨਵਰ ਪੰਛੀ ਦੇ ਕੰਮ ਤੇ ਆਉਂਦਾ ਹੀ ਪਿਆ। ਭਾਈ ਗੁਰਦਾਸ ਜੀ ਕਹਿਣ ਲੱਗੇ ਪਰਮਾਤਮਾ ਦੀ ਤਾਕਤ ਵੇਖ ਲਓ, ਇੰਨੀ ਹੈ ਵੀ ਇੱਕ ਘਾਹ ਦੇ ਤੀਲੇ ਤੋਂ ਉਹਨੇ ਜੱਗ ਵੀ ਕਰਾ ਦਿੱਤੇ, ਹਵਨ ਵੀ ਕਰਾ ਦਿੱਤੇ। ਘਾਹ ਦੇ ਤੀਲੇ ਤੋਂ ਉਸ ਪਰਮਾਤਮਾ ਨੇ ਵਿਆਹ ਸ਼ਾਦੀਆਂ ਦੀਆਂ ਮਠਿਆਈਆਂ ਬਣਾ ਦਿੱਤੀਆਂ। ਕਈ ਤਰ੍ਹਾਂ ਦੇ ਕੰਮ ਘਿਓ ਦੇ ਕੋਲੋਂ ਇਨਸਾਨ ਨੂੰ ਪਰਮਾਤਮਾ ਨੇ ਕਰਵਾ ਦਿੱਤੇ ਵੀ ਇਸ ਤਰ੍ਹਾਂ ਕੰਮ ਕਰ ਲਾ। ਇੱਥੇ ਹੀ ਬਸ ਨਹੀਂ, ਕਹਿਣ ਲੱਗੇ ਉਹ ਘਾਹ ਅੱਗੇ ਅਜੇ ਹੋਰ ਵੀ ਆਪਣੀ ਡਿਊਟੀ ਆਪਣੀ ਨੌਕਰੀ ਕਰਦਾ ਪਿਆ, ਹੋਰ ਵੀ ਹਾਲੇ ਦਾਤ ਦਿੰਦਾ ਪਿਆ। ਭਾਈ ਗੁਰਦਾਸ ਜੀਆਂ ਨੇ ਬਚਨ ਲਿਖਿਆ, ਕਹਿਣ ਲੱਗੇ ਧਰਮ ਧੌਲ ਪ੍ਰਗਟ ਹੋਏ, ਧੀਰਜ ਵਹਿ ਸਹਿ ਸਿਰ ਭਾਰਾ। ਜਦੋਂ ਗਾਂ ਨੇ ਘਾਹ ਖਾਧਾ ਤੇ ਫਿਰ ਉਸ ਗਾਂ ਨੇ ਬੱਚੇ ਨੂੰ ਜਨਮ ਦਿੱਤਾ। ਜਦੋਂ ਬੱਚਾ ਧਰਤੀ ਤੇ ਆਇਆ ਉਹਨੇ ਵੀ ਘਾਹ ਖਾਧਾ, ਉਹ ਵੱਡਾ ਹੋਇਆ ਤੇ ਫਿਰ ਉਹਦੇ ਗਲ ਦੇ ਵਿੱਚ ਪੰਜਾਲੀ ਪਾਈ ਗਈ, ਹਲ ਜੋਣ ਵਾਸਤੇ, ਹਲ ਵਾਹੁਣ ਵਾਸਤੇ, ਗੱਡਾ ਖਿੱਚਣ ਵਾਸਤੇ। ਹੁਣ ਗੱਡੇ ਤੇ ਸਮਾਨ ਤੇ ਮਨੁੱਖ ਨੇ ਹੀ ਲੱਦ ਕੇ ਲਿਜਾਣਾ, ਪਰ ਗੱਡਾ ਸਮਾਨ ਦਾ ਲੱਦਿਆ, ਉਹਦੇ ਅੱਗੇ ਬਲਦ ਜੋੜਿਆ, ਪਰ ਬਲਦ ਆਇਆ ਕਿੱਥੋਂ ਹੈ? ਬਲਦ ਨੂੰ ਵੀ ਤੇ ਜਨਮ ਗਾਂ ਨੇ ਹੀ ਦਿੱਤਾ। ਗਾਂ ਨੇ ਜਨਮ ਤਾਂ ਦਿੱਤਾ ਕਿਉਂਕਿ ਉਹਨੇ ਘਾਹ ਖਾਧਾ, ਉਹ ਘਾਹ ਖਾਣ ਵਾਲੀ ਹੈ, ਘਾਹ ਦੇ ਵਿੱਚ ਤਾਕਤ ਹੈ ਵੀ ਉਹਨੇ ਬੱਚੇ ਨੂੰ ਜਨਮ ਦਿੱਤਾ ਤੇ ਉਹ ਗੱਡਾ ਖਿੱਚਦਾ ਪਿਆ, ਤੇਰੇ ਕੰਮ ਕਰਦਾ ਪਿਆ। ਇੱਥੇ ਹੀ ਬਸ ਨਹੀਂ, ਉਸ ਬਲਦ ਨੇ ਜ਼ਮੀਨ ਵੀ ਵਾਹੀ ਹੈ, ਜ਼ਮੀਨ ਵਾਹ ਕੇ ਉਹਦੇ ਵਿੱਚ ਅੰਨ ਬੀਜਿਆ ਗਿਆ, ਅੰਨ ਪੱਕਿਆ ਤੇ ਤੇਰੇ ਘਰ ਦੇ ਭੜੋਲੇ ਡਰਮ ਭਰ ਗਏ ਅੰਨ ਦੇ ਨਾਲ, ਅਨਾਜ ਦੇ ਨਾਲ। ਤੇਰੇ ਬੱਚੇ 6 ਮਹੀਨੇ ਸਾਲ ਉਸ ਅੰਨ ਨੂੰ ਖਾਣਗੇ। ਤੇ ਫਾਇਦਾ ਕਿਹਦਾ ਹੋਇਆ, ਲਾਭ ਕਿਹਦਾ ਹੋਇਆ? ਲਾਭ ਤੇ ਬੰਦਿਆ ਤੇਰਾ ਹੀ ਹੋਇਆ ਨਾ, ਪਰ ਹੁੰਦਾ ਕਿਹਦੇ ਤੋਂ ਪਿਆ? ਸਭ ਕੁਝ ਘਾਹ ਤੋਂ ਹੀ ਬਣਿਆ ਹੋਇਆ। ਬਲਦ ਨੇ ਖੇਤ ਵਾਹਿਆ, ਖੇਤ ਵਿੱਚ ਅਨਾਜ ਬੀਜਿਆ ਤੇ ਅਨਾਜ ਨੂੰ ਘਰ ਵਿੱਚ ਲੈ ਕੇ ਆਂਦਾ। ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਗਿਆ, ਪੁੱਤਰਾਂ ਧੀਆਂ ਦੇ ਵਿਆਹ ਹੋ ਗਏ, ਲੈਣੇ ਦੇਣੇ ਜਿਹੜੇ ਲੋਕਾਂ ਤੋਂ ਲਏ ਸਨ ਉਹ ਸਾਰੇ ਪੂਰੇ ਹੋ ਗਏ। ਕਹਿਣ ਲੱਗੇ ਵੀ ਇਹ ਘਾਹ ਪਰਉਪਕਾਰ ਕਰਦਾ। ਭਾਈ ਪਿਆਰਿਆ ਧਰਮ ਧੌਲ ਪ੍ਰਗਟ ਹੋਏ। ਇਹ ਧੌਲ ਧਰਮ ਜਿਹੜਾ ਬਲਦ ਹੈ ਨਾ ਵਿਚਾਰਾ, ਧੀਰਜ ਵਾਲਾ, ਹੌਸਲੇ ਵਾਲਾ, ਸਾਰਾ ਦਿਨ ਪੰਜਾਲੀ ਗਲ ਵਿੱਚ ਪਾ ਕੇ ਹਲ 'ਤੇ ਵਗਦਾ ਪਰ ਹੌਸਲਾ ਨਹੀਂ ਛੱਡਦਾ। ਸਾਰਾ ਦਿਨ ਗੱਡਾ ਆਪਣੇ ਸਿਰ 'ਤੇ ਚੁੱਕ ਕੇ ਤੁਰਦਾ ਪਰ ਹੌਸਲਾ ਨਹੀਂ ਛੱਡਦਾ। ਸਾਨੂੰ ਕੰਮ ਕਰਨਾ ਪਵੇ ਨਾ 2 4 5 10 ਮਿੰਟ ਸਾਡੀ ਇੱਕ ਸੀਮਾ, ਅਸੀਂ ਥੱਕ ਜਾਵਾਂਗੇ। ਤੇ ਬਹੁਤਾ ਕੰਮ ਕਰਨਾ ਪਵੇ ਤੇ ਅਸੀਂ 8 ਘੰਟੇ ਕਰਾਂਗੇ ਵੀ ਇੰਨਾ ਚਿਰ ਨੌਕਰੀ ਹੈ ਤੇ ਰੱਖਾਂਗੇ ਸਮਾਨ ਤੇ ਆਪਾਂ ਚੱਲੇ ਆ, ਮੇਰਾ ਸਮਾਂ ਪੂਰਾ ਹੋ ਗਿਆ। ਪਰ ਵਿਚਾਰੇ ਕਦੇ ਬਲਦ ਨੇ ਇਹ ਗੱਲ ਨਹੀਂ ਕਹੀ ਹੈ ਵੀ ਮੈਂ 8 ਘੰਟੇ ਕੰਮ ਕਰ ਲਿਆ ਤੇ ਹੁਣ ਮੇਰੀ ਛੁੱਟੀ ਹੈ, ਉਹਦੇ ਤੋਂ 10 ਘੰਟੇ ਵੀ ਕੰਮ ਲਿਆ ਜਾ ਸਕਦਾ, 12 ਘੰਟੇ 15 ਘੰਟੇ, ਜਿੰਨਾ ਚਿਰ ਮਰਜ਼ੀ ਵਿਚਾਰੇ ਨੂੰ ਲਾ ਛੱਡੋ ਲੱਗਾ ਹੋਇਆ। ਕਿਉਂਕਿ ਉਹਦੇ ਵਿੱਚ ਧੀਰਜ ਹੈ, ਉਹਦੇ ਵਿੱਚ ਹੌਸਲਾ ਹੈ, ਹੌਸਲੇ ਨਾਲ ਉਹ ਕੰਮ ਕਰਦਾ ਪਿਆ। ਕਹਿਣ ਲੱਗੇ ਇੱਕ ਇੱਕ ਜਾਓ ਜਨੇਂਦਿਆਂ, ਚੌਹ ਚੱਕਾਂ ਵਿੱਚ ਵੱਗ ਹਜ਼ਾਰ। ਗਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਬੱਚੇ ਤੋਂ ਗਾਂ ਹੋਰ ਬੱਚੇ, ਹੋਰ ਬੱਚੇ, ਬੱਚੀਆਂ, ਗਾਵਾਂ, ਵੱਗ ਬਣ ਗਿਆ ਵੱਡਾ ਭਾਰੀ, ਕਈ 100 ਗਾਵਾਂ ਤੇ ਕਈ 100 ਬਲਦ ਬਣ ਗਏ। ਉਸ ਗਾਂ ਤੋਂ ਅੱਗੇ ਪਰਿਵਾਰ ਵਧਿਆ, ਇੱਜੜ ਹੀ ਬਣ ਗਏ, ਬਹੁਤ ਭਾਰੀ ਵੱਗ ਬਣ ਗਏ, ਮੱਝਾਂ ਗਾਵਾਂ। ਪਰ ਗੁਰਮੁਖੋ ਬਣੇ ਕਿਸ ਤਰ੍ਹਾਂ? ਕਹਿਣ ਲੱਗੇ ਵੀ ਘਾਹ ਦੇ ਇੱਕ ਤੀਲੇ ਤੋਂ ਬਣੇ। ਘਾਹ ਪੈਦਾ ਹੋਇਆ, ਉਸ ਨੂੰ ਗਾਂ ਨੇ ਖਾਧਾ,
ਗਾਂ ਨੇ ਖਾ ਕੇ ਤੇ ਫਿਰ ਦੁੱਧ ਦਿੱਤਾ, ਤੇ ਦੁੱਧ ਤੋਂ ਫਿਰ ਕਹਿ ਲਈਏ ਦਹੀਂ ਬਣ ਗਿਆ, ਮੱਖਣ ਬਣ ਗਿਆ, ਘਿਓ ਬਣ ਗਿਆ, ਲੱਸੀ ਬਣ ਗਈ ਹੈ। ਬੜੇ ਬੜੇ ਜੱਗ ਹੋ ਗਏ, ਬੜੇ ਬੜੇ ਵਿਆਹਾਂ ਦੇ ਕਰਤੱਬ ਹੋ ਗਏ, ਅਹੂਤੀਆਂ ਹੋ ਗਈਆਂ, ਭਾਜੀਆਂ ਬਣ ਗਈਆਂ, ਪੰਜੀਰੀਆਂ ਬਣ ਗਈਆਂ, ਸਭ ਕੁਝ ਘਾਹ ਤੋਂ ਬਣਿਆ। ਇਸੇ ਹੀ ਘਾਹ ਤੋਂ ਫਿਰ ਬਲਦ ਦਾ ਜਨਮ ਹੋਇਆ, ਤੇ ਬਲਦ ਨੇ ਹਲ ਜੋਇਆ ਤੇ ਖੇਤ ਵਾਹੇ ਤੇ ਅਨਾਜ ਪੈਦਾ ਕਰਵਾਇਆ। ਕਹਿਣ ਲੱਗੇ ਫਿਰ ਉਸੇ ਹੀ ਘਾਹ ਤੋਂ ਇੱਕ ਇੱਕ ਵੱਛੇ ਦੇ ਜਨਮ ਤੋਂ ਹਜ਼ਾਰਾਂ ਵੱਗ ਬਣ ਗਏ। ਚੌਂ ਚੱਖਾਂ ਵਿਖੇ ਜਾਣੇ ਜਾਂਦੇ, ਦੂਰ ਦੂਰ ਤੱਕ ਪਤਾ ਲੱਗਦਾ ਵੀ ਫਲਾਣੀ ਥਾਂ ਤੇ ਇੰਨੀਆਂ ਗਾਵਾਂ ਦਾ ਵੱਗ ਫਲਾਣੇ ਬੰਦੇ ਕੋਲ ਹੈ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਭਾਈ ਪਿਆਰਿਆ, ਇਹ ਤੇ ਘਾਹ ਦੀ ਕਹਾਣੀ ਤੈਨੂੰ ਸੁਣਾਈ ਹੈ। ਤ੍ਰਿਣ ਅੰਦਰ ਵੱਡਾ ਪਸਾਰਾ, ਪ੍ਰਮਾਤਮਾ ਨੇ ਤੇ ਘਾਹ ਦੇ ਇੱਕ ਤੀਲੇ ਵਿੱਚ ਏਡਾ ਵੱਡਾ ਪਸਾਰਾ ਕਰ ਛੱਡਿਆ। ਇਹ ਉਹਦੀ ਤਾਕਤ ਹੈ। ਇੱਕ ਘਾਹ ਦੇ ਤੀਲੇ ਵਿੱਚ ਇੰਨੀ ਸ਼ਕਤੀ ਉਹਨੇ, ਅਸੀਂ ਤੇ ਪੈਰਾਂ ਥੱਲੇ ਲਤਾੜ ਦਿੰਦੇ ਨਾ, ਵੱਢ ਕੱਟ ਕੇ ਪਰੇ ਸੁੱਟ ਦਿੰਦੇ ਵੀ ਆਪਾਂ ਇਹਦਾ ਕੀ ਕਰਨਾ, ਕੱਖ ਹੀ ਹੈ, ਤੀਲਾ ਹੀ ਹੈ। ਪਰ ਪਰਮਾਤਮਾ ਦੀ ਤਾਕਤ ਵੇਖ ਲਾ ਵੀ ਇੱਕ ਤੀਲੇ ਤੋਂ ਉਹਨੇ ਕੀ ਬਣਾ ਛੱਡਿਆ, ਕੀ ਕੁਝ ਕਰਵਾ ਦਿੱਤਾ। ਜੇ ਅਜੇ ਘਾਹ ਨਾ ਹੋਵੇ ਤੇ ਪਸ਼ੂ ਨਹੀਂ ਹੋਵੇਗਾ, ਪਸ਼ੂ ਨਹੀਂ ਹੋਵੇਗਾ ਤੇ ਦੁੱਧ ਨਹੀਂ ਹੋਵੇਗਾ, ਦੁੱਧ ਨਹੀਂ ਹੋਵੇਗਾ ਤੇ ਜਿੰਨੇ ਪਦਾਰਥ ਅਸੀਂ ਦੁੱਧ ਦੇ ਵਰਤਦੇ ਹਾਂ ਸਾਰੇ ਦੇ ਸਾਰੇ ਮੁੱਕ ਜਾਣਗੇ, ਖਤਮ ਹੋ ਜਾਣਗੇ। ਸਾਡੇ ਸਰੀਰ ਦੇ ਅੰਦਰ ਜਿਹੜੀ ਤਾਕਤ ਦੁੱਧ ਦੀ ਹੈ, ਪਰਮਾਤਮਾ ਨੇ ਘਾਹ ਤੋਂ ਬਣਾਈ ਹੈ। ਕਹਿਣ ਲੱਗੇ ਇਹ ਪਰਮਾਤਮਾ ਦੀ ਮੌਜ ਹੈ, ਇਹ ਉਹਦੇ ਵਿੱਚ ਤਾਕਤ ਹੈ ਵੀ ਇੱਕ ਘਾਹ ਦੇ ਤੀਲੇ ਤੋਂ ਇਹ ਕੁਝ ਕਰ ਸਕਦਾ। ਤੂੰ ਤੇ ਹੌਸਲਾ ਛੱਡ ਕੇ ਬੈਠ ਜਾਂਦਾ, ਪਤਾ ਨਹੀਂ ਕੀ ਹੋਵੇਗਾ, ਹੋਵੇਗਾ ਕਿ ਨਹੀਂ ਹੋਵੇਗਾ। ਤੇਰੀ ਭਾਵਨਾ ਖਤਮ ਹੋ ਜਾਂਦੀ ਹੈ, ਸ਼ਰਧਾ ਖਤਮ ਹੋ ਜਾਂਦੀ ਹੈ, ਹੌਸਲਾ ਟੁੱਟ ਜਾਂਦਾ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਕਰ ਕਿਰਪਾ। ਪਰਮਾਤਮਾ ਜੇ ਕਿਰਪਾ ਕਰੇ ਨਾ ਘਾਹ ਦੇ ਤੀਲੇ ਤੇ ਉਹਦੇ ਕੋਲੋਂ ਇੰਨੇ ਕੰਮ ਕਰਵਾ ਦਿੰਦਾ। ਬੰਦਿਆ ਤੂੰ ਘਾਹ ਦੇ ਤੀਲੇ ਨਾਲੋਂ ਤੇ ਨਹੀਂ ਨਾ ਮਾੜਾ। ਜੇ ਤੇਰੇ ਤੇ ਵੀ ਕਿਰਪਾ ਕਰੇਗਾ ਤੇ ਉਸ ਵੇਲੇ ਲੇਹੋ ਮਲਾਏ, ਤੈਨੂੰ ਵੀ ਸਤ ਸੰਗਤ ਵਿੱਚ ਮਿਲਾ ਦੇਵੇਗਾ ਲਿਆ ਕੇ। ਗੁਰਮੁਖੋ, ਸਤ ਸੰਗਤ ਐਸੀ ਟਕਸਾਲ ਹੈ, ਐਸੀ ਖਾਨ ਹੈ ਵੀ ਇੱਥੇ ਸਿੱਕੇ ਘੜੇ ਜਾਂਦੇ, ਇੱਥੇ ਜੀਵਨ ਘੜਿਆ ਜਾਂਦਾ ਸੰਗਤ ਵਿੱਚ ਬੈਠ ਕੇ। ਇੱਥੇ ਪਤਾ ਲੱਗਦਾ ਪਰਉਪਕਾਰ ਕਿਵੇਂ ਕਰਨਾ, ਧਰਮ ਕਿਵੇਂ ਕਮਾਉਣਾ ਹੈ, ਦੂਸਰੇ ਦੀ ਮਦਦ ਕਿਵੇਂ ਕਰਨੀ ਹੈ, ਪਰਮੇਸ਼ਰ ਦਾ ਨਾਮ ਕਿਵੇਂ ਜਪਣਾ, ਸੰਗਤ ਵਿੱਚ ਬੈਠਣਾ ਕਿਵੇਂ ਹੈ। ਇਹ ਸਾਡਾ ਜੀਵਨ ਇੱਥੇ ਘੜਿਆ ਜਾਏਗਾ, ਬਣ ਜਾਏਗਾ, ਸੌਰ ਜਾਏਗਾ। ਜਿਹੜੀਆਂ ਗੱਲਾਂ ਸਾਨੂੰ ਆਪਣੇ ਖਾਨਦਾਨ ਤੋਂ ਨਹੀਂ ਮਿਲੀਆਂ, ਮਾਤਾ ਪਿਤਾ ਵੱਡੇ ਵਡੇਰਿਆਂ ਤੋਂ ਨਹੀਂ ਮਿਲੀਆਂ, ਸਾਨੂੰ ਜਿਉਣ ਦੀ ਜਾਂਚ ਨਹੀਂ ਆਈ ਹੈ, ਉਹ ਸਭ ਕੁਝ ਸੰਗਤ ਵਿੱਚੋਂ ਮਿਲੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਕਿਰਪਾ ਕਰੇ ਉਹਨੂੰ ਹੀ ਸਤ ਸੰਗਤ ਵਿੱਚ ਮਿਲਾਉਂਦਾ। ਜੇ ਆਪਾਂ ਗੁਰੂ ਦਰਬਾਰ ਵਿੱਚ ਬੈਠੇ ਆ ਨਾ, ਇਹਦਾ ਭਾਵ ਇਹ ਨਹੀਂ ਵੀ ਮੈਂ ਬੜੀ ਸਿਆਣਪ ਦੇ ਨਾਲ ਇੱਥੇ ਚੱਲ ਕੇ ਆ ਗਿਆ। ਇਹ ਗੁਰੂ ਨੇ ਕਿਰਪਾ ਕੀਤੀ ਹੈ ਤੈਨੂੰ, ਤਾਂ ਸਤ ਸੰਗਤ ਵਿੱਚ ਲਿਆ ਕੇ ਮਿਲਾਇਆ, ਤਾਂ ਤੂੰ ਇੱਥੇ ਬੈਠਾ। ਮਹਾਰਾਜ ਕਹਿਣ ਲੱਗੇ, ਜਿਹੜੇ ਸਤ ਸੰਗਤ ਵਿੱਚ ਮਿਲ ਜਾਂਦੇ ਹਨ, ਮਹਿਰ ਹਰ ਪਾਇਆ ਜਿਉ, ਉਹਨਾਂ ਨੇ ਗੁਰਮੁਖੋ ਸਰੂਪ ਪ੍ਰਾਪਤ ਕਰ ਲਿਆ। ਪਰਮਾਤਮਾ ਪ੍ਰਾਪਤ ਉਹਨਾਂ ਨੂੰ ਹੋਇਆ ਜਿਹੜੇ ਸੰਗਤ ਵਿੱਚ ਆਏ। ਜੇ ਆਪਾਂ ਕਿਸੇ ਮਹਿਲ ਦੇ ਵਿੱਚ ਜਾਣਾ ਨਾ, ਕੋਠੀ ਦੇ ਜਾਂ ਬੰਗਲੇ ਦੇ ਵਿੱਚ ਜਾਣਾ, ਤੇ ਸਾਨੂੰ ਦਰਵਾਜ਼ੇ ਦੇ ਵਿੱਚੋਂ ਦੀ ਜਾਣਾ ਪਵੇਗਾ ਅੰਦਰ। ਜੇ ਚਾਰ ਸਵੇਰੇ ਕੰਧਾਂ ਹੀ ਕਰ ਦਈਏ, ਦਰਵਾਜ਼ਾ ਰੱਖੀਏ ਨਾ, ਤੇ ਅੰਦਰ ਕਿਵੇਂ ਜਾਏਗਾ, ਨਹੀਂ ਜਾ ਸਕਦਾ। ਇਹ ਜਿਹੜੀ ਸਤ ਸੰਗਤ ਹੈ, ਇਹ ਦਰਵਾਜ਼ਾ ਹੈ ਪਰਮਾਤਮਾ ਦੇ ਘਰ ਦਾ। ਜੇ ਪਰਮਾਤਮਾ ਦਾ ਮਹਿਲ ਪ੍ਰਾਪਤ ਕਰਨਾ ਨਾ, ਜਿਹਨੂੰ ਆਖਦਾ ਸੱਚਖੰਡ ਵਸੈ, ਇਹ ਬਚਨ ਕਰਦਾ ਨਾ, ਜੇ ਉਹ ਸੱਚਖੰਡ ਦੇ ਵਿੱਚ ਤੂੰ ਜਾਣਾ ਚਾਹੁੰਦਾ, ਪਰਮਾਤਮਾ ਦੇ ਸਰੂਪ ਦੇ ਵਿੱਚ ਲਿਵ ਲੀਨ ਹੋਣਾ ਚਾਹੁੰਦਾ, ਇਹ ਗੁਰੂ ਕੀ ਸੰਗਤ, ਇਹ ਦਰਵਾਜ਼ਾ ਹੈ। ਇੱਥੇ ਆ ਕੇ ਬੈਠਣਾ ਪਵੇਗਾ, ਐਂਟਰੀ ਤੇਰੀ ਤਾਂ ਹੋਣੀ। ਜੇ ਸਤ ਸੰਗਤ ਵਿੱਚ ਨਹੀਂ ਆਏਗਾ ਤੇ ਪਰਮਾਤਮਾ ਦੇ ਮਹਿਲ ਤੱਕ ਨਹੀਂ ਪਹੁੰਚ ਸਕੇਗਾ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਕਰ ਕਿਰਪਾ ਲਹੋ ਮਲਾਏ, ਮਹਿਲ ਹਰ ਪਾਇਆ ਜੀਓ। ਜਿਨ੍ਹਾਂ ਤੇ ਉਹ ਕਿਰਪਾ ਕਰਦਾ, ਸਤ ਸੰਗਤ ਵਿੱਚ ਉਹਨਾਂ ਨੂੰ ਮਿਲਾਉਂਦਾ। ਜਿਹੜੇ ਸਤ ਸੰਗਤ ਵਿੱਚ ਮਿਲ ਗਏ, ਮਹਿਲ ਉਹਨਾਂ ਨੇ ਪਾਉਣਾ, ਸਰੂਪ ਉਹਨਾਂ ਨੇ ਪਾਉਣਾ, ਸੱਚਖੰਡ ਉਹਨਾਂ ਨੇ ਪ੍ਰਾਪਤ ਕਰਨਾ। ਇਸ ਕਰਕੇ ਗੁਰਮੁਖੋ, ਇਹ ਦਰਵਾਜ਼ਾ ਹੈ ਪਰਮਾਤਮਾ ਦੇ ਘਰ ਦਾ। ਜੇ ਸੰਗਤ ਵਿੱਚ ਆ ਕੇ ਬੈਠੇ ਹਾਂ, ਸਦਾ ਰਹਿ ਕਰ ਜੋੜ, ਸੰਗਤ ਵਿੱਚ ਆ ਕੇ ਸਦਾ ਵਾਸਤੇ ਹੱਥ ਜੋੜਿਆ ਕਰ। ਇੱਥੇ ਆ ਕੇ ਹਉਮੈ ਨਾ ਕਰਿਆ ਕਰ, ਮਾਨ ਨਾ ਕਰਿਆ ਕਰ,
ਹੱਥ ਜੋੜ ਕੇ ਤਰਲਾ ਹੀ ਕਰਿਆ ਕਰ ਸੰਗਤ ਵਿੱਚ ਆ ਕੇ ਐਸੀ ਨਿਮਰਤਾ ਦੇ ਨਾਲ। ਪ੍ਰਭ ਮਨ ਪਾਇਆ ਜਿਉ। ਗੁਰਮੁਖੋ ਜਿਹੜੇ ਤਰਲਾ ਕਰਨਗੇ ਨਾ ਹੱਥ ਜੋੜ ਕੇ, ਮੈਂ ਨਾਹੀ ਕਿਛ ਹਉ ਨਾਹੀ, ਜਿਹੜੇ ਇਸ ਤਰ੍ਹਾਂ ਤਰਲਾ ਕਰਨਗੇ ਵੀ ਮੈਂ ਨਹੀਂ ਆ ਕੁਝ ਵੀ, ਪਰਮਾਤਮਾ ਮੇਰੇ ਤੇ ਹੱਥ ਜੁੜੇ, ਜੋ ਕੁਝ ਹੈ ਉਹ ਤੂੰ ਹੀ ਆ, ਮੈਂ ਤੇ ਤੇਰੇ ਦਰ ਤੇ ਇੱਕ ਆ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਪਰਮਾਤਮਾ ਦੇ ਮਨ ਨੂੰ ਭਾ ਜਾਣਗੇ, ਉਹਨੂੰ ਚੰਗੇ ਲੱਗਣਗੇ। ਚੰਗੇ ਕੌਣ ਲੱਗਣਗੇ? ਜਿਹੜੇ ਸਤ ਸੰਗਤ ਵਿੱਚ ਆ ਕੇ ਵੀ ਹੱਥ ਹੀ ਜੋੜ ਲੈਣਗੇ, ਨਿਮਰਤਾ ਨਾਲ ਝੁਕ ਜਾਣਗੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਜਿਹੜੇ ਝੁਕ ਜਾਣਗੇ ਨਾ ਇੱਥੇ ਆ ਕੇ ਹੱਥ ਜੋੜ ਕੇ, ਉਹ ਫਿਰ ਪਰਮਾਤਮਾ ਨੂੰ ਭਾਉਂਦੇ ਨੇ, ਚੰਗੇ ਲੱਗਦੇ ਹਨ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਪਰਮਾਤਮਾ ਨੂੰ ਭਾ ਗਏ ਫਿਰ ਉਹਦੇ ਹੁਕਮ ਦੇ ਵਿੱਚ ਸਮਾ ਜਾਣਗੇ, ਉਹਦੇ ਹੁਕਮ ਦੀ ਹੁਕਮ ਅਦੁੱਲੀ ਨਹੀਂ ਕਰਨਗੇ, ਹੁਕਮ ਨੂੰ ਮੋੜਨਗੇ ਨਹੀਂ। ਇਹ ਨਹੀਂ ਕਹਿਣਗੇ ਵੀ ਇਹ ਹੋ ਨਹੀਂ ਸਕਦਾ ਜਾਂ ਮੈਂ ਕਰ ਨਹੀਂ ਸਕਦਾ। ਜਿਹੜੇ ਉਹਨੂੰ ਭਾ ਗਏ ਹੁਕਮ ਸਮਾਵੈ, ਉਹਦੇ ਹੁਕਮ ਦੇ ਵਿੱਚ ਸਮਾ ਜਾਣਗੇ, ਹੁਕਮ ਨੂੰ ਹੀ ਮੰਨ ਲੈਣਗੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਖਿਆ ਨਾ, ਭਾਈ ਲਹਿਣਾ ਜੀ ਸੰਗਤ ਨੂੰ ਛਕਾਉਣ ਵਾਸਤੇ ਰੁੱਖ ਨੂੰ ਹਲੂਣਾ ਦੇ ਦਿਓ। ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ ਨਾ, ਮਹਾਰਾਜ 8 ਦਿਨਾਂ ਤੋਂ ਮੀਂਹ ਪੈਂਦਾ ਪਿਆ, ਜਿਹੜੇ ਚੁੱਲ੍ਹੇ ਨੇ ਉਹ ਪਾਣੀ ਨਾਲ ਭਰੇ ਹੋਏ ਨੇ, ਲੋਹਾਂ ਪਾਣੀ ਨਾਲ ਭਰ ਗਈਆਂ, ਬਾਲਣ ਲੱਕੜ ਕੁਝ ਨਹੀਂ ਰਹਿ ਗਿਆ, ਸਭ ਕੁਝ ਪਾਣੀ ਵਿੱਚ ਡੁੱਬ ਗਿਆ। ਅਨਾਜ ਦੇ ਜਿਹੜੇ ਪੀਪੇ ਭਰੇ ਨੇ ਉਹ ਅਨਾਜ ਦੇ ਪੀਪੇ ਵੀ ਖਰਾਬ ਹੋ ਗਏ। ਤੇ ਮਹਾਰਾਜ ਸੰਗਤ ਬੜੀ ਆਈ ਹੈ, ਕਿਉਂਕਿ ਸੰਗਤ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਸੱਚਖੰਡ ਨੂੰ ਚੱਲੇ। ਦੂਰੋਂ ਦੂਰੋਂ ਬੇਅੰਤ ਸੰਗਤਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆ ਗਈ। ਗੁਰੂ ਪਾਤਸ਼ਾਹ ਸੱਚਖੰਡ ਨੂੰ ਜਾ ਰਹੇ ਨੇ, ਦਰਸ਼ਨ ਕਰ ਲਈ। ਸੰਗਤਾਂ ਦਾ ਇਕੱਠ ਤੇ ਬੇਅੰਤ ਹੋਇਆ, ਪਰ ਸੰਗਤ ਦੇ ਛਕਣ ਵਾਸਤੇ ਭੋਜਨ ਮਸਤਾਨਾ ਹੋ ਗਿਆ। ਸਿੱਖ ਨੇ ਆ ਕੇ ਆਖਿਆ, ਮਹਾਰਾਜ ਏਡਾ ਵੱਡਾ ਪ੍ਰਬੰਧ ਕਿਵੇਂ ਹੋਵੇ? ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਰੁੱਖ ਨੂੰ ਹਲੂਣਾ ਦਿਓ, ਪਕਵਾਨ ਪ੍ਰਾਪਤ ਹੋ ਜਾਣਗੇ ਤੇ ਸੰਗਤ ਨੂੰ ਵੰਡ ਦਿਓ। ਜਦੋਂ ਇਹ ਬਚਨ ਹੋਇਆ ਨਾ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਦੋਨੇ ਸਾਹਿਬਜ਼ਾਦੇ ਮਹਾਰਾਜ ਦੇ ਕੋਲ ਬੈਠੇ। ਸਾਰਿਆਂ ਨੇ ਬਾਬਾ ਸ੍ਰੀ ਚੰਦ ਵੱਲ ਵੇਖਿਆ ਵੀ ਇਹ ਵੱਡੇ ਨੇ, ਪੁੱਤਰ ਹੀ ਹੁਕਮ ਮੰਨਣਗੇ। ਬਾਬਾ ਸ੍ਰੀ ਚੰਦ ਹੱਸ ਕੇ ਨੀਵੀਂ ਪਾ ਗਿਆ ਵੀ ਇਹ ਬਾਪੂ ਬਜ਼ੁਰਗ ਹੋ ਗਿਆ, ਇਹ ਐਸੀਆਂ ਗੱਲਾਂ ਕਰਦਾ ਹੈ, ਇਸ ਤਰ੍ਹਾਂ ਨਹੀਂ ਕਦੇ ਹੁੰਦਾ। ਪਕਵਾਨ ਕਦੇ ਰੁੱਖਾਂ ਨੂੰ ਨਹੀਂ ਲੱਗੇ। ਗੱਲ ਠੀਕ ਹੈ, ਰੁੱਖਾਂ ਨੂੰ ਪਕਵਾਨ ਨਹੀਂ ਲੱਗੇ, ਪਰ ਤਾਂ ਨਹੀਂ ਲੱਗੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਨਹੀਂ ਨਾ ਆਖਿਆ। ਜੇ ਆਖਿਆ ਹੋਵੇ ਤੇ ਫਿਰ ਜ਼ਰੂਰ ਲੱਗ ਜਾਣ, ਫਿਰ ਹੋ ਹੀ ਨਹੀਂ ਸਕਦਾ ਵੀ ਨਾ ਲੱਗਣਗੇ। ਰੁੱਖ ਬਾਰੇ ਤੇ ਜਾਣ ਗਿਆ ਵੀ ਰੁੱਖ ਨੂੰ ਕਦੇ ਮਠਿਆਈ ਨਹੀਂ ਲੱਗੀ, ਪਰ ਇਹ ਨਹੀਂ ਜਾਣਿਆ ਵੀ ਮੇਰੇ ਪਿਤਾ ਦਾ ਬਚਨ ਹੋਵੇ ਤੇ ਫਿਰ ਲੱਗ ਸਕਦੀ ਹੈ। ਪਿਤਾ ਨੂੰ ਪਰਮੇਸ਼ਰ ਨਹੀਂ ਜਾਣਿਆ। ਇੱਕ ਬਜ਼ੁਰਗ ਹੀ ਸਮਝ ਲਿਆ ਵੀ ਨਹੀਂ, ਇਹ ਤੇ ਕਮਲੀਆਂ ਗੱਲਾਂ ਹੋਣ, ਇਹਨਾਂ ਦਾ ਦਿਮਾਗ ਠੀਕ ਨਹੀਂ ਹੈ, ਕੰਮ ਨਹੀਂ ਕਰਦਾ ਪਿਆ। ਨਹੀਂ ਉੱਠੇ ਤੇ ਨਹੀਂ ਬਚਨ ਮੰਨਿਆ। ਦੂਜਾ ਬਚਨ ਬਾਬਾ ਲਖਮੀ ਦਾਸ ਜੀ ਨੂੰ ਹੋਇਆ। ਕਹਿਣ ਲੱਗੇ ਵੀ ਤੁਸੀਂ ਇਹ ਕੰਮ ਕਰੋ। ਤੇ ਉਹਨਾਂ ਨੇ ਵੀ ਵੱਡੇ ਭਰਾ ਵੱਲ ਵੇਖਿਆ ਤੇ ਵੱਡੇ ਭਰਾ ਨੇ ਇਸ਼ਾਰਾ ਕੀਤਾ ਵੀ ਬੈਠਾ ਰਹੋ, ਬਾਪੂ ਤਾਂ ਹੁਣ ਐਵੇਂ ਕਮਲੀਆਂ ਗੱਲਾਂ ਕਰਦਾ, ਰੁੱਖਾਂ ਨੂੰ ਮਠਿਆਈਆਂ ਕੋਈ ਨਹੀਂ ਲੱਗਦੀਆਂ, ਆਪਾਂ ਰੁੱਖ ਨੂੰ ਹਿਲਾਵਾਂਗੇ, ਉੱਤਰੋਂ ਪੱਤੇ ਹੀ ਡਿੱਗਣੇ ਨੇ, ਲੁੰਗ ਡਿੱਗੇਗੀ ਤੇ ਲੋਕਾਂ ਨੇ ਹੱਸਣਾ ਵੀ ਇਹ ਬੱਚੇ ਵੀ ਕਮਲੇ ਹੀ ਨੇ। ਆਪਾਂ ਇੰਨੇ ਲੋਕਾਂ ਵਿੱਚ ਮਖੌਲ ਬਣ ਜਾਵਾਂਗੇ, ਲੋਕ ਹਾਸੀ ਕਰਨਗੇ, ਬੈਠਾ ਰਹੋ ਚੁੱਪ ਕਰਕੇ। ਦੂਜਾ ਵੀ ਬੈਠਾ ਰਿਹਾ। ਸਤਿਗੁਰਾਂ ਦੇ ਸੇਵਾ ਦੇ ਵਿੱਚ ਭਾਈ ਲਹਿਣਾ ਸਾਹਿਬ ਖਲੋਤੇ ਹੋਏ। ਮਹਾਰਾਜ ਆਖਦੇ, ਕਹਿਣ ਲੱਗੇ ਭਾਈ ਪੁਰਖਾ, ਇਹ ਸੇਵਾ ਤੇਰੇ ਹਿੱਸੇ ਹੈ, ਇਹ ਤੂੰ ਹੀ ਕਰਨੀ ਹੈ। ਸੰਗਤ ਨੂੰ ਪਕਵਾਨ ਛਕਾਓ, ਰੁੱਖ ਨੂੰ ਹਲੂਣਾ ਦਿਓ, ਪਕਵਾਨ ਮਿਲ ਜਾਣਗੇ। ਬਚਨ ਸੁਣਿਆ ਤੇ 7 ਬਚਨ ਕਹਿ ਕੇ ਤੁਰ ਪਏ। ਤੁਰੇ ਤੇ ਅੱਗੇ ਹੀ ਬਾਬਾ ਸ੍ਰੀ ਚੰਦ ਬੈਠੇ, ਉਹਨੇ ਤੁਰੇ ਜਾਂਦਿਆਂ ਦੀ ਬਾਂਹ ਫੜ ਲਈ। ਕਹਿਣ ਲੱਗੇ ਵੀ ਭਾਈ ਲਹਿਣਾ ਜੀ, ਤੁਸੀਂ ਸਿਆਣੇ ਹੋ, ਦੁਨੀਆਦਾਰੀ ਵੇਖੀ ਹੈ, ਸਾਰੇ ਹਿਸਾਬ ਕਿਤਾਬ ਤੁਹਾਨੂੰ ਪਤਾ ਨੇ, ਪਰ ਕਦੇ ਵੇਖਿਆ ਵੀ ਰੁੱਖ ਨੂੰ ਪਕਵਾਨ ਲੱਗਾ ਹੋਵੇ, ਕੋਈ ਭੋਜਨ, ਕੋਈ ਮਠਿਆਈ ਲੱਗੀ ਹੋਵੇ? ਬਾਪੂ ਤੇ ਇਸ ਵੇਲੇ ਸਠਿਆ ਗਿਆ, ਉਮਰਾਂ ਵੱਡੀ ਹੋ ਗਈ ਹੈ। ਇਹਨਾਂ ਨੇ ਕਹਿ ਦਿੱਤਾ ਤੇ ਤੁਸੀਂ ਮੰਨ ਲਿਆ। ਕਦੇ ਹੋ ਸਕਦਾ ਵੀ ਇਸ ਤਰ੍ਹਾਂ ਹੋ ਸਕੇ? ਚੁੱਪ ਕਰਕੇ ਬੈਠ ਜਾਓ। ਜਦੋਂ ਜ਼ਿੰਦਗੀ ਦਾ ਅਖੀਰਲਾ ਪੜਾਅ ਹੁੰਦਾ, ਉਦੋਂ ਇਹੋ ਜਿਹੀਆਂ ਗੱਲਾਂ ਹੋ ਹੀ ਜਾਂਦੀਆਂ।
ਪਰ ਭਾਈ ਲਹਿਣਾ ਸਾਹਿਬ ਦੇ ਮਨ ਵਿੱਚ ਸ਼ਰਧਾ ਨਾ, ਉਹਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ ਬਾਬਾ ਸ੍ਰੀ ਚੰਦ ਜੀ ਇਹ ਤੁਹਾਡਾ ਵਿਚਾਰ ਹੈ ਵੀ ਹੋ ਨਹੀਂ ਸਕਦਾ, ਪਰ ਮੇਰੇ ਮਨ ਵਿੱਚ ਇਹ ਗੱਲ ਆਉਂਦੀ ਨਹੀਂ ਵੀ ਹੋ ਸਕਦਾ ਕਿਉਂ ਨਹੀਂ। ਮੇਰੇ ਨਹੀਂ ਮਨ ਵਿੱਚ ਇਹ ਗੱਲ ਆਉਂਦੀ, ਮੇਰਾ ਮਨ ਪੂਰੀ ਸ਼ਰਧਾ ਨਾਲ ਇਹ ਗੱਲ ਕਹਿੰਦਾ ਪਿਆ ਵੀ ਜੇ ਗੁਰੂ ਨਾਨਕ ਸਾਹਿਬ ਨੇ ਆਖਿਆ ਤੇ ਸਭ ਕੁਝ ਹੋਵੇਗਾ। ਕਈਆਂ ਵਿਦਵਾਨਾਂ ਨੇ ਲਿਖਿਆ ਵੀ ਬਾਬਾ ਲਹਿਣਾ ਜੀ ਨੇ ਆਖਿਆ ਸੀ ਵੀ ਮਠਿਆਈ ਡਿੱਗੇ ਭਾਵੇਂ ਨਾ, ਮੇਰਾ ਕੰਮ ਤੇ ਬਚਨ ਮੰਨਣਾ ਹੈ। ਪਰ ਨਹੀਂ ਗੁਰਮੁਖ ਪਿਆਰਿਓ, ਭਾਈ ਲਹਿਣਾ ਸਾਹਿਬ ਦੇ ਮਨ ਵਿੱਚ ਇਹ ਗੱਲ ਆ ਹੀ ਨਹੀਂ ਸਕਦੀ ਵੀ ਗੁਰੂ ਨਾਨਕ ਸਾਹਿਬ ਆਖਣ ਤੇ ਉਹ ਕੰਮ ਹੋਵੇ ਨਾ, ਇਹ ਤੇ ਹੋ ਹੀ ਨਹੀਂ ਨਾ ਸਕਦਾ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਨੇ ਆਖਿਆ ਬਚਨ ਤੇ ਮੰਨਿਆ ਜਾਏਗਾ, ਬਾਕੀ ਕਰਨਾ ਸਭ ਕੁਝ ਇਹਨਾਂ ਨੇ ਆਪੇ ਹੀ ਹੈ। ਕਹਿਣ ਲੱਗੇ ਜਦੋਂ ਚਾਦਰਾਂ ਵਿਛਾ ਕੇ ਨਾ ਥੱਲੇ ਰੁੱਖ ਨੂੰ ਹਲੂਣਾ ਦਿੱਤਾ ਤੇ ਗੁਰਮੁਖੋਂ ਕਈ ਤਰ੍ਹਾਂ ਦੇ ਪਕਵਾਨ ਪ੍ਰਾਪਤ ਹੋਏ। ਸਤਿ ਸ੍ਰੀ ਅਕਾਲ। ਉਹ ਜਿਹੜੇ ਪਕਵਾਨ ਸੰਗਤ ਵਿੱਚ ਵੰਡੇ ਗਏ, ਅੱਜ ਸਾਡੇ ਵਿੱਚ ਵੀ ਬੜੇ ਤਰਕਵਾਦੀ ਲੋਕ ਨੇ ਜਿਹੜੇ ਆਖਦੇ ਵੀ ਨਹੀਂ ਇਸ ਤਰ੍ਹਾਂ ਤੇ ਹੋ ਹੀ ਨਹੀਂ ਸਕਦਾ, ਇਹ ਕਿਵੇਂ ਹੋ ਸਕਦਾ, ਇਹ ਤੇ ਕਲਪਨਾ ਹੈ, ਇਹ ਤੇ ਇੱਕ ਕਹਾਣੀ ਹੈ, ਇਹ ਤੇ ਬਸ ਇੱਕ ਐਵੇਂ ਗੱਲ ਬਣਾ ਦਿੱਤੀ ਗਈ ਹੈ। ਤਰਕ ਬਹੁਤੀ ਵੱਧ ਗਈ ਹੈ, ਸ਼ਰਧਾ ਘਟ ਗਈ ਹੈ, ਭਰੋਸਾ ਘਟ ਗਿਆ, ਸਿਆਣਪ ਬਹੁਤੀ ਅੱਗੇ ਚਲੇ ਗਈ। ਸਾਡੇ ਸਾਹਮਣੇ ਗੁਰਦੁਆਰਾ ਰੀਠਾ ਸਾਹਿਬ ਹੈ, ਨਾਨਕ ਮਤਾ ਸਾਹਿਬ ਦੀ ਧਰਤੀ। ਉਹਨਾਂ ਰੁੱਖਾਂ ਨੂੰ ਅੱਜ ਵੀ ਰੀਠੇ ਮਿੱਠੇ ਹੋ ਕੇ ਲੱਗੇ ਹੋਏ, ਸੰਗਤਾਂ ਪ੍ਰਸ਼ਾਦ ਦੇ ਰੂਪ ਵਿੱਚ ਲੈ ਕੇ ਆਉਂਦੀ। ਇੱਕ ਰੁੱਖ ਦੇ ਦੋ ਤਰ੍ਹਾਂ ਦੇ ਫਲ ਨੇ, ਅੱਧੇ ਫਲ ਕੌੜੇ ਤੇ ਅੱਧੇ ਮਿੱਠੇ ਨੇ, ਇਹ ਕੀ ਹੈ? ਇੱਥੇ ਕੀ ਕੋਈ ਜਵਾਬ ਦੇ ਸਕੇਗਾ? ਰੀਠੇ ਦੇ ਥੱਲੇ ਗੁਰੂ ਨਾਨਕ ਪਾਤਸ਼ਾਹ ਬੈਠੇ ਸਨ, ਜਿਹੜੇ ਪਾਸੇ ਆਪ ਬੈਠੇ ਉਧਰ ਦਾ ਫਲ ਮਿੱਠਾ, ਜਿਹੜੇ ਪਾਸੇ ਸਿੱਧ ਬੈਠੇ ਉਧਰ ਦਾ ਕੌੜਾ। ਮਹਾਰਾਜ ਨੇ ਆਖਿਆ ਤੁਹਾਡੇ ਵਿੱਚ ਬੜੀ ਤਾਕਤ ਹੈ, ਸਿੱਧੋ ਲਿਆਓ ਰਿੱਠੇ ਮਿੱਠੇ ਕਰਕੇ ਤੇ ਛਕਾਓ। ਬੜਾ ਤੰਤਰ ਪੜ੍ਹੇ, ਮੰਤਰ ਪੜ੍ਹੇ, ਰੀਠਿਆਂ ਨੂੰ ਮਿੱਠੇ ਨਹੀਂ ਕਰ ਸਕੇ। ਤੇ ਗੁਰਦੁਆਰਾ ਹੈ ਗੁਰਦੁਆਰਾ ਰੀਠਾ ਸਾਹਿਬ, ਆਪ ਦਰਸ਼ਨ ਕਰ ਸਕਦੇ। ਕਹਿਣ ਤੋਂ ਭਾਵ ਇਹ ਤਰਕ ਕੁਤਰਕ ਅੱਗੇ ਚਲੀ ਗਈ ਹੈ, ਸ਼ਰਧਾ ਘਟ ਗਈ ਹੈ, ਭਾਵਨਾ ਘਟ ਗਈ ਹੈ। ਗੁਰੂ ਨਾਨਕ ਸਾਹਿਬ ਬਚਨ ਕਰਨ ਤੇ ਪੂਰਾ ਨਾ ਹੋਵੇ, ਹੋ ਨਹੀਂ ਸਕਦਾ। ਇਹ ਸ਼ਰਧਾ ਭਾਈ ਲਹਿਣਾ ਜੀਆਂ ਨੂੰ, ਤੇ ਜਿਹਦੇ ਮਨ 'ਚ ਸ਼ਰਧਾ ਹੈ ਨਾ, ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਜਿਨ੍ਹਾਂ ਨੇ ਆਖਿਆ ਹੋ ਨਹੀਂ ਸਕਦਾ, ਉਹ ਖਾਲੀ ਬੈਠੇ ਰਹੇ। ਜੇ ਤੇ ਗੁਰਮੁਖੋ ਆਪਾਂ ਵੀ ਖਾਲੀ ਬਹਿਣਾ, ਵੀ ਕੁਝ ਨਹੀਂ ਲੈ ਕੇ ਜਾਣਾ, ਖਟਣਾ ਕੁਝ ਨਹੀਂ, ਫਿਰ ਤੇ ਆਪਾਂ ਵੀ ਇਹ ਗੱਲ ਕਹੀਏ ਵੀ ਹੋ ਹੀ ਨਹੀਂ ਸਕਦਾ। ਜੇ ਭਾਈ ਲਹਿਣਾ ਜੀ ਦੇ ਵਾਂਗ ਝੋਲੀ ਭਰਨੀ ਹੈ ਨਾ, ਫਿਰ ਬਚਨ ਮੰਨਣਾ ਪਵੇਗਾ ਵੀ ਜੋ ਤੁਧ ਭਾਵੈ ਸਾਈ ਭਲੀ ਕਾਰ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ। ਜਿਹੜੇ ਭਾ ਜਾਂਦੇ ਹੁਕਮ ਦੇ ਵਿੱਚ, ਜਿਵੇਂ ਭਾਈ ਲਹਿਣਾ ਸਾਹਿਬ ਜੀ ਹੁਕਮ ਨੂੰ ਹੀ ਮੰਨਦੇ, ਮੇਰੇ ਗੁਰੂ ਨੇ ਆਖਿਆ ਇਹ ਕੰਮ ਕਰਨਾ ਤੇ ਕਰਨਾ ਹੀ ਕਰਨਾ ਹੈ। ਭਾਵੇਂ ਸਾਹਿਬਜ਼ਾਦੇ ਉੱਥੇ ਪਿੱਛੇ ਹਟ ਗਿਆ ਵੀ ਇਹ ਨਹੀਂ ਹੋ ਸਕਦਾ, ਪਰ ਜਿਨ੍ਹਾਂ ਨੇ ਸਤ ਸੰਗਤ ਪ੍ਰਾਪਤ ਕੀਤੀ ਹੈ, ਬਚਨ ਤੇ ਗੁਰਮੁਖੋ ਸੰਗਤ ਦਾ ਨਾ, ਸੰਗਤ ਵਿੱਚੋਂ ਇਹ ਰੰਗ ਲੱਗਦਾ ਹੈ। ਭਾਈ ਲਹਿਣਾ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੰਗਤ ਕਰਦੇ ਨੇ। ਸੰਗਤ ਦਰਵਾਜ਼ਾ ਹੈ ਨਿਰੰਕਾਰ ਦੀ ਪ੍ਰਾਪਤੀ ਦਾ। ਜਿਹਨੇ ਸੰਗਤ ਕੀਤੀ ਹੈ, ਹੁਕਮ ਨੂੰ ਬੁੱਝਿਆ ਵੀ ਉਹਨੇ ਹੈ, ਹੁਕਮ ਦੇ ਵਿੱਚ ਸਮਾਇਆ ਵੀ ਉਹ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਹੁਕਮ ਵਿੱਚ ਸਮਾ ਜਾਂਦੇ ਹਨ, ਹੁਕਮ ਮਨ ਸੁਖ ਪਾਇਆ। ਮਨ ਵਿੱਚ ਹੁਕਮ ਮੰਨ ਕੇ ਤੇ ਫਿਰ ਸੁਖ ਹੀ ਸੁਖ ਪ੍ਰਾਪਤ ਕੀਤਾ, ਸੁਖ ਹੀ ਮਿਲਿਆ। ਜਿਨ੍ਹਾਂ ਨੇ ਪ੍ਰਮਾਤਮਾ ਦੇ ਹੁਕਮ ਨੂੰ ਮੰਨ ਕੇ ਤੇ ਕਮਾਇਆ ਹੈ, ਉਹਨਾਂ ਨੂੰ ਸੁਖ ਪ੍ਰਾਪਤ ਹੁੰਦੇ ਹਨ। ਅਣ ਦਿਨ ਜਪਤ ਰਹਿ ਦਿਨ ਰਾਤੀ। ਉਹ ਗੁਰਮੁਖ ਜਿਹੜੇ ਨੇ ਅਣ ਦਿਨ ਇੱਕ ਰਸ ਦਿਨੇ ਰਾਤ ਉਹਦੇ ਨਾਮ ਨੂੰ ਜਪਦੇ। ਸਾਡੇ ਵਾਂਗੂ ਨਹੀਂ ਵੀ ਇੱਕ ਸਮਾਂ ਆਇਆ ਤੇ 8-7 ਦਿਨ ਰੋਟੀ ਨਹੀਂ ਖਾਣੀ, ਆਖਣਾ ਵੀ ਮੈਂ ਤੇ ਭਗਤ ਬਣ ਗਿਆ। 8-10 ਦਿਨਾਂ ਬਾਅਦ ਫਿਰ ਪ੍ਰਸ਼ਾਦਿਆਂ ਨੂੰ ਗੇੜਾ ਦਿੱਤਾ ਤੇ ਰੱਬ ਦਾ ਨਾਮ ਭੁੱਲ ਗਿਆ। ਐਸਾ ਨਹੀਂ ਹੈ। ਗੁਰਮੁਖ ਦਿਨੇ ਰਾਤ ਉਹਦੀ ਭਗਤੀ ਵਿੱਚ ਲੱਗੇ ਰਹਿੰਦੇ, ਇੱਕ ਰਸ ਉਹਦੇ ਨਾਮ ਨੂੰ ਜਪਦੇ ਹਨ। ਸਹਜੇ ਨਾਮ ਧਿਆਇਆ। ਮਨ ਕਰਕੇ ਨਾਮ ਧਿਆਉਂਦੇ ਤੇ ਸਹਜੇ ਹੀ ਫਿਰ ਉਹਦੇ ਵਿੱਚ ਸਮਾ ਜਾਂਦੇ, ਲਿਵਲੀਨ ਹੋ ਜਾਂਦੇ ਹਨ। ਨਾਮੋ ਨਾਮ ਮਿਲੀ ਵਡਿਆਈ। ਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਨਾਮੀ ਪ੍ਰਮਾਤਮਾ ਦਾ ਨਾਮ ਜਪ ਕੇ ਗੁਰਮੁਖਾਂ ਨੂੰ ਵੱਡੀ ਵਡਿਆਈ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਨਾਮ ਕਰਕੇ ਵਡਿਆਈ ਮਿਲਦੀ ਹੈ। ਨਾਨਕ ਨਾਮ
ਨਾਮ ਮਨ ਭਾਵੈ। ਗੁਰਮੁਖਾਂ ਦੇ ਮਨ ਨੂੰ ਗੁਰਮੁਖੋ ਨਾਮ ਹੀ ਚੰਗਾ ਲੱਗਦਾ, ਸਾਨੂੰ ਚੰਗਾ ਨਹੀਂ ਲੱਗੇਗਾ। ਸਾਨੂੰ ਕਈ ਤਰ੍ਹਾਂ ਦੇ ਤੰਤਰ ਮੰਤਰ, ਲਾਚੀਆਂ ਟੂਣੇ ਕਰਨ ਵਾਲੇ, ਤਵੀਤ ਕਰਨ ਵਾਲੇ, ਧਾਗਾ ਬੰਨ੍ਹਣ ਵਾਲੇ, ਮੌਲੀ ਬਣਾਉਣ ਵਾਲੇ ਬੜੇ ਮਿਲ ਜਾਣਗੇ ਤੇ ਸਾਡਾ ਮਨ ਵੀ ਉਧਰ ਨੂੰ ਹੀ ਜਾਏਗਾ ਵੀ ਆਹ ਕੰਮ ਸੌਖਾ, ਕਿਉਂਕਿ ਸਾਡਾ ਮਨ ਨਾਮ ਨੂੰ ਨਹੀਂ ਮੰਨਦਾ। ਅਸੀਂ ਦੂਜੇ ਪਾਸੇ ਨੂੰ ਦੌੜਦੇ ਜਿੱਥੋਂ ਕੁਝ ਨਹੀਂ ਮਿਲਣਾ ਹੈ। ਪਰ ਮਹਾਰਾਜ ਕਹਿਣ ਲੱਗੇ ਗੁਰਮੁਖਾਂ ਦੇ ਨਾਮ, ਗੁਰਮੁਖਾਂ ਦੇ ਮਨ ਨੂੰ ਨਾਮ ਹੀ ਭਾਉਂਦਾ, ਨਾਮ ਹੀ ਜਪਦੇ ਹਨ। ਕਰ ਕਿਰਪਾ ਲਿਹੋ ਮਿਲਾਏ। ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦੇ ਉਹਨਾਂ ਨੂੰ ਬਖਸ਼ਿਸ਼ ਕਰਕੇ ਆਪਣੀ ਸੰਗਤ ਵਿੱਚ ਮਿਲ ਲੈਂਦੇ ਹਨ। ਮਹਿਲ ਹਰ ਪਾਵੇ ਜੀਓ। ਉਹ ਗੁਰਮੁਖ ਸਰੂਪ ਦੀ ਪ੍ਰਾਪਤੀ ਕਰ ਲੈਂਦੇ। ਇਹ ਗੁਰਮੁਖੋ ਸਤ ਸੰਗਤ ਦਰਵਾਜ਼ਾ ਹੈ ਸੱਚਖੰਡ ਦੀ ਪ੍ਰਾਪਤੀ ਦਾ। ਇਹ ਸਤ ਸੰਗਤ ਜਿਹੜੀ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਦਰਵਾਜ਼ਾ ਹੈ। ਕਹਿਣ ਲੱਗੇ ਕਰ ਕਿਰਪਾ ਲਹੋ ਮਿਲਾਏ। ਜਿਨ੍ਹਾਂ ਤੇ ਕਿਰਪਾ ਕਰਕੇ ਉਹ ਸਤ ਸੰਗਤ ਵਿੱਚ ਮਿਲਾ ਲੈਂਦਾ, ਪਰਮਾਤਮਾ ਬਖਸ਼ਿਸ਼ ਕਰਕੇ ਮਹਿਲ ਹਰ ਪਾਵੈ ਜੀਓ। ਉਹ ਗੁਰਮੁਖ ਜਿਹੜੇ ਨੇ ਸਰੂਪ ਦੀ ਪ੍ਰਾਪਤੀ ਕਰ ਲੈਂਦੇ, ਸੱਚਖੰਡ ਦੀ ਪ੍ਰਾਪਤੀ ਕਰ ਲੈਂਦੇ, ਐਸੀਆਂ ਦਾਤਾਂ ਨੂੰ ਪ੍ਰਾਪਤ ਹੋ ਜਾਂਦੇ। ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ। ਗੁਰਮੁਖੋ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਸ਼ਬਦ ਸੰਪੂਰਨ ਹੋਏ ਧਨਾਸਰੀ ਰਾਗ ਦੇ ਅੰਦਰ। ਇਸ ਤੋਂ ਅੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਇੱਕ ਸ਼ਬਦ ਆਪਾਂ ਸਰਵਣ ਕਰਾਂਗੇ। ਫਿਰ ਉਸ ਤੋਂ ਬਾਅਦ ਵਿੱਚ ਭਗਤਾਂ ਦੀ ਬਾਣੀ ਜੋ ਹੈ ਉਹ ਪ੍ਰਾਰੰਭ ਹੋਵੇਗੀ, ਉਸ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ ਜੋ ਵੈ ਸਾਹਿਬ ਸਿਓ ਮੇਲ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।